ਹੈਲੋ ਸਟੂਡੈਂਟਸ, ਬੇਟਾ ਅੱਜ ਆਪਾਂ ਆਪਣੀ ਅਗਲੀ ਕਵਿਤਾ ਕੇਲੋ ਦੇ ਗਲ ਲੱਗੀ ਵੇਲ ਕਰ ਰਹੇ ਹਾਂ, ਜੋ ਕਿ ਭਾਈ ਵੀਰ ਸਿੰਘ ਜੀ ਦੀ ਤੀਸਰੀ ਕਵਿਤਾ ਹੈ। ਇਸ ਵਿੱਚ ਇੱਕ ਵੇਲ ਕੀ ਹੁੰਦੀ ਹੈ ਬੱਚਿਓ? ਵੇਲ ਇੱਕ ਅਜਿਹਾ ਪੌਦਾ ਹੁੰਦਾ ਹੈ ਜਿਸ ਦਾ ਆਪਣਾ ਕੋਈ ਵਜੂਦ ਨਹੀਂ ਹੁੰਦਾ, ਜਿਸ ਨੂੰ ਕਿ ਸੜਨ ਅਤੇ ਗਲਣ ਤੋਂ ਬਚਾਉਣ ਵਾਸਤੇ ਆਪਾਂ ਨੂੰ ਕਿਸੇ ਮਜ਼ਬੂਤ ਦਰਖਤ ਦੇ ਨਾਲ ਲਪੇਟਣਾ ਪੈਂਦਾ ਹੈ। ਉਹਦੇ ਤਣੇ ਦੇ ਆਲੇ ਦੁਆਲੇ ਉਸ ਨੂੰ ਲਪੇਟ ਦਿੰਦੇ ਹਾਂ ਬੇਟਾ ਆਪਾਂ, ਤਾਂ ਜੋ ਇਹ ਗਲੇ ਨਾਲ ਨੀਚੇ ਰੱਖ ਕੇ ਔਰ ਇਹ ਖਰਾਬ ਨਾ ਹੋਵੇ। ਠੀਕ ਹੈ, ਤਾਂ ਇੱਥੇ ਕਿਉਂਕਿ ਭਾਈ ਵੀਰ ਸਿੰਘ ਜੀ ਰਹੱਸਵਾਦ ਦੀ ਕਵਿਤਾਵਾਂ ਲਿਖਦੇ ਸਨ, ਤਾਂ ਉਹਨਾਂ ਨੇ ਪਰਮਾਤਮਾ ਨੂੰ ਮਿਲਣ ਦਾ ਭੇਦ ਜਿਹੜਾ ਹੈ ਇਹਦੇ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੀ ਆਪਣੀ ਵੇਲ ਆ ਉਹਦਾ ਕੰਪੈਰੀਜ਼ਨ ਆਪਣੀ ਆਤਮਾ ਨਾਲ ਕੀਤਾ ਹੈ ਕਿ ਆਪਣੀ ਆਤਮਾ ਨੂੰ ਵੀ ਇਸ ਦੁਨੀਆ ਦੇ ਝੂਠੇ ਕੰਮਾਂ ਤੋਂ ਬਚਣ ਦੇ ਵਾਸਤੇ, ਇਹ ਝੂਠੀ ਦੁਨੀਆ ਦੇ ਪਿੱਛੋਂ ਲੱਗਣ ਤੋਂ ਹਟਣ ਵਾਸਤੇ ਆਪਾਂ ਨੂੰ ਰੱਬ ਦੇ ਨਾਮ ਦਾ ਸਹਾਰਾ ਚਾਹੀਦਾ ਹੈ। ਤਾਂ ਜਿਹੜਾ ਪੇੜ ਹੈ ਉਹਦਾ ਕੰਪੈਰੀਜ਼ਨ ਰੱਬ ਨਾਲ ਕੀਤਾ ਗਿਆ ਹੈ ਅਤੇ ਜਿਹੜੀ ਵੇਲ ਹੈ ਉਹ ਆਪਣੀ ਆਤਮਾ ਹੈ। ਠੀਕ ਹੈ, ਤਾਂ ਜਿਹੜੀ ਜੇਕਰ ਆਪਣੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਰਹੀ ਹੈ ਤਾਂ ਇਹ ਝੂਠੀ ਦੁਨੀਆ ਆਪਾਂ ਨੂੰ ਆਪਦੇ ਵੱਲ ਖਿੱਚਦੀ ਹੈ ਕਿ ਨਹੀਂ, ਤੂੰ ਪਰਮਾਤਮਾ ਦਾ ਨਾਮ ਛੱਡ ਕੇ ਇੱਧਰ ਝੂਠੀ ਦੁਨੀਆ ਕਹਿੰਦੀ ਹੈ ਕਿ ਮੇਰੇ ਪਿੱਛੇ ਲੱਗ, ਇਹ ਜਿਹੜੇ ਪਦਾਰਥ ਮਿੱਠੇ ਪਦਾਰਥ ਹੈ ਇਹਨਾਂ ਨੂੰ ਭੋਗ, ਸੋਨਾ ਚਾਂਦੀ ਇਕੱਠਾ ਕਰ। ਤਾਂ ਉਹ ਆਤਮਾ ਕੀ ਕਹਿੰਦੀ ਹੈ ਕਿ ਨਹੀਂ, ਮੈਂ ਪਰਮਾਤਮਾ ਦੇ ਰੂਪ ਦੇ ਵਿੱਚ ਪਰਮਾਤਮਾ ਦੇ ਨਾਲ ਲੱਗੀ ਹੋਈ ਹਾਂ, ਤਾਂ ਇਸ ਕਰਕੇ ਮੈਨੂੰ ਇਹ ਦੁਨੀਆਦਾਰੀ ਨਹੀਂ ਚਾਹੀਦੀ। ਤਾਂ ਭਾਈ ਵੀਰ ਸਿੰਘ ਜੀ ਇਹ ਸਾਰੀ ਗੱਲ ਇੱਕ ਵੇਲ ਦੇ ਮੂੰਹੋਂ ਪਾ ਰਹੇ ਹੈ। ਕੀ ਕਹਿ ਰਹੀ ਹੈ ਵੇਲ? ਹਾਏ ਨਾ ਤਰੀਕ ਸਾਨੂੰ, ਹਾਏ ਵੇ ਨਾ ਮਾਰ ਖਿੱਚਾ। ਤਾਂ ਵੇਲ ਕਹਿ ਰਹੀ ਆ ਕਿ ਮੈਂ ਇਸ ਤਣੇ ਦੇ ਦੁਆਲੇ ਲਪੇਟੀ ਹੋਈ ਹਾਂ, ਤੂੰ ਮੈਨੂੰ ਖਿੱਚਾ ਮਾਰ ਮਾਰ ਕੇ, ਤਰੀਕ ਮੀਨਸ ਜ਼ੋਰ ਦੀ ਖਿੱਚਣਾ, ਮੈਨੂੰ ਇਸ ਪੇੜ ਨਾਲੋਂ ਅਲੱਗ ਨਾ ਕਰ। ਜੇ ਤੂੰ ਮੈਨੂੰ ਇਸ ਪੇੜ ਤੋਂ ਅਲੱਗ ਕਰਤਾ ਤਾਂ ਮੇਰਾ ਜੀਵਨ, ਮੇਰੀ ਜ਼ਿੰਦਗੀ ਸਮਾਪਤ ਹੋ ਜਾਵੇਗੀ। ਹਾਏ ਨਾ ਵਿਛੋੜ ਗੱਲ ਲੱਗਿਆਂ ਨੂੰ ਪਾਪੀਆਂ, ਕਿ ਮੈਂ ਇਸ ਤਣੇ ਦੇ ਇਸ ਸਹਾਰੇ ਦੇ ਨਾਲ ਖੜੀ ਹੋ ਕੇ ਆਪਣੀ ਜ਼ਿੰਦਗੀ ਨੂੰ ਬਚਾ ਰਹੀ ਹਾਂ, ਇਹਦੇ ਗੱਲ ਨਾਲ ਲੱਗੀ ਹੋਈ ਹਾਂ, ਤੂੰ ਮੈਨੂੰ ਇਹਦੇ ਨਾਲੋਂ ਵਿਛੋੜ ਨਾ। ਹਾਏ ਨਾ ਤਨੁੱਕੇ ਮਾਰੀ ਖਿੱਚ ਨਾ ਫਟੱਕੇ ਦੇ ਦੇ। ਉਹ ਕਹਿ ਰਹੀ ਹੈ ਕਿ ਤੂੰ ਮੈਨੂੰ ਤਨੱਕੇ ਮਾਰ ਮਾਰ ਕੇ, ਖਿੱਚ ਖਿੱਚ ਕੇ ਫਟੱਕੇ ਦੇ ਦੇ ਕਿ ਇਹ ਤੋਂ ਅਲੱਗ ਨਾ ਕਰ। ਵਰਿਆਂ ਦੀ ਲੱਗੀ ਤੋੜ ਨਾ ਸਰਾਪੀਆ, ਮੇਰੀ ਬਹੁਤ ਸਾਲਾਂ ਦੀ ਇਹਦੇ ਨਾਲ ਯਾਰੀ ਲੱਗੀ ਹੋਈ ਹੈ। ਯਾਰੀ ਮੀਨਸ ਆਤਮਾ ਕਹਿ ਰਹੀ ਹੈ ਕਿ ਮੈਂ ਪਰਮਾਤਮਾ ਦੇ ਵਿੱਚ ਲੀਨ ਹੋਣ ਲੱਗੀ ਹਾਂ ਅਤੇ ਤੂੰ ਮੈਨੂੰ ਸਰਾਪੀਆ ਮੀਨਸ ਜਿਸ ਨੂੰ ਸ਼ਰਾਪ ਮਿਲਿਆ ਹੋਵੇ, ਇਹ ਪਾਪੀ ਆਦਮੀ, ਤੂੰ ਮੈਨੂੰ ਇਸ ਨਾਲੋਂ ਨਾ ਤੋੜ। ਹਾਏ ਨਾ ਬਲੁੰਦਰੀ ਵੇ ਸੁੱਟੀ ਨਾ ਉਤਾਰ ਪੁੰਜੇ, ਕਹਿੰਦੀ ਮੈਨੂੰ ਇਸ ਤੋਂ ਬਲੁੰਦਰ ਕੇ ਮੀਨਸ ਇਸ ਤੋਂ ਅਲੱਗ ਕਰਕੇ ਮੈਨੂੰ ਥੱਲੇ ਨਾ ਸੁੱਟ ਦੇ। ਸੱਜਣ ਕੋਲੋਂ ਟੁੱਟੀਆਂ ਉਹ ਜਾਸਾ ਇਕਲਾਪੀਆਂ, ਕਹਿੰਦੀ ਜੇ ਮੈਂ ਇਸ ਸੱਜਣ ਮੀਨਸ ਇਸ ਤਨੇ ਨਾਲੋਂ ਅਲੱਗ ਹੋ ਜਾਂਗੀ, ਤਾਂ ਉਹ ਵੀ ਆਤਮਾ ਕਹਿ ਰਹੀ ਹੈ ਕਿ ਜੇ ਮੈਂ ਪਰਮਾਤਮਾ ਨਾਲੋਂ ਅਲੱਗ ਹੋ ਜਾਂਗੀ ਤਾਂ ਮੈਂ ਹੋ ਜਾਸਾ ਇਕਲਾਪੀਆਂ ਮੀਨਸ ਇਕੱਲੀ, ਤਾਂ ਮੈਨੂੰ ਇਕੱਲੀ ਨੂੰ ਹੀ ਜ਼ਿੰਦਗੀ ਗੁਜ਼ਾਰਨੀ ਪਵੇਗੀ। ਮੇਰੇ ਹੱਡ ਤਾਨ ਨਹੀਂ ਸਕਾ ਨਾ ਖੜੋਈ ਪੈਰੇ, ਕਹਿੰਦੀ ਮੇਰਾ ਕੋਈ ਹੱਡ ਨਹੀਂ ਹੈ, ਕੋਈ ਹੱਡੀ ਨਹੀਂ ਹੈ ਮੇਰੇ ਅੰਦਰ, ਭਾਵ ਕਿ ਮੇਰਾ ਆਪਦਾ ਕੋਈ ਵਜੂਦ ਨਹੀਂ ਹੈ। ਠੀਕ ਹੈ, ਮੈਂ ਆਪਦੇ ਪੈਰਾਂ 'ਤੇ ਆਪ ਖੜੀ ਨਹੀਂ ਹੋ ਸਕਦੀ। ਖੜੀ ਸੱਜਣ ਆਸਰੇ ਹਾਂ ਅਬਲਾ ਮੈਂ ਅਮਾਪੀਆ, ਕਹਿੰਦੀ ਅਬਲਾ ਕੀ ਹੁੰਦੀ ਹੈ? ਕਮਜ਼ੋਰ। ਠੀਕ ਹੈ, ਅਮਾਪੀਆ ਜਿਸ ਦਾ ਮਾਂ ਬਾਪ ਨਾ ਹੋਵੇ। ਕਹਿੰਦੀ ਮੈਂ ਇਸ ਸੱਜਣ ਮੀਨਸ ਇਸ ਪੇੜ ਦੇ ਸਹਾਰੇ ਹੀ ਖੜੀ ਹਾਂ। ਆਤਮਾ ਕਹਿ ਰਹੀ ਹੈ ਕਿ ਮੈਂ ਪਰਮਾਤਮਾ ਦੇ ਸਹਾਰੇ ਖੜੀ ਹਾਂ, ਮੈਂ ਬਹੁਤ ਕਮਜ਼ੋਰ ਹਾਂ, ਤੂੰ ਮੈਨੂੰ ਇਸ ਤੋਂ ਅਲੱਗ ਨਾ ਕਰ। ਪਿਆਰੇ ਨਾ ਵਿਛੋੜੀਓ ਮਿਲੇ ਨਾ ਨਿਖਾੜੀਓ ਵੇ, ਮਿਲੇ ਨਾ ਨਿਖਾੜੀ ਆਵੇ, ਕਹਿੰਦੇ ਹੇ ਰੱਬ ਦੇ ਬੰਦਿਆਂ, ਜੇ ਕੋਈ ਕਿਸੇ ਨਾਲ ਪਿਆਰ ਕਰਦਾ ਹੋਵੇ ਤਾਂ ਉਸਨੂੰ ਉਸ ਤੋਂ ਵਿਛੋੜਨਾ ਨਹੀਂ ਚਾਹੀਦਾ, ਅਤੇ ਜੇ ਕੋਈ ਮਿਲਿਆ ਹੋਇਆ ਹੋਵੇ ਤਾਂ ਉਸਨੂੰ ਉਸ ਤੋਂ ਨਿਖਾੜਨਾ ਨਹੀਂ ਚਾਹੀਦਾ। ਆਸ ਦੇ ਨਾ ਤੋੜੀਏ ਵੇ ਆਵੇ ਪਾੜੀਆਂ ਨਾ ਜੋੜੀਆਂ, ਐਵੇਂ ਪਾੜੀਆਂ ਨਾ ਜੋੜੀਆਂ, ਕਹਿੰਦੇ ਕਦੇ ਕਿਸੇ ਦੇ ਆਸਰੇ ਨੂੰ ਕਿਸੇ ਤੋੜ ਕੇ ਨਹੀਂ ਰੱਖ ਦੇਣਾ ਚਾਹੀਦਾ, ਅਤੇ ਨਾ ਹੀ ਜੇ ਕਿਸੇ ਦੀ ਕੋਈ ਜੋੜੀ ਬਣੀ ਹੋਵੇ ਉਸਨੂੰ ਪਾੜਨਾ ਚਾਹੀਦਾ ਹੈ। ਵਸਲ ਵੇਖ ਖਿੰਜੀਏ ਨਾ ਅੱਡ ਕਰ ਰਿੱਝੀਏ ਨਾ, ਕਹਿੰਦੇ ਵਸਲ ਮੈਨੇ ਮਿਲਾਪ, ਕਹਿੰਦੇ ਜੇ ਕਿਸੇ ਦਾ ਕੋਈ ਮਿਲਾਪ ਹੋ ਰਿਹਾ ਹੋਵੇ, ਜਿਵੇਂ ਆਤਮਾ ਦਾ ਪਰਮਾਤਮਾ ਨਾਲ ਹੋ ਰਿਹਾ ਅਤੇ ਵੇਲ ਦਾ ਤਣੇ ਨਾਲ ਹੋ ਰਿਹਾ, ਮਜ਼ਬੂਤ ਰੁੱਖ ਨਾਲ ਹੋ ਰਿਹਾ, ਤਾਂ ਉਸ ਕਿਸੇ ਦੇ ਮਿਲਾਪ ਨੂੰ ਦੇਖ ਕੇ ਕਦੇ ਵੀ ਖਿਝਣਾ ਨਹੀਂ ਚਾਹੀਦਾ, ਅਤੇ ਨਾ ਹੀ ਕਿਸੇ ਨੂੰ ਅੱਡ ਕਰਕੇ
ਖੁਸ਼ ਹੋਣਾ ਚਾਹੀਦਾ ਹੈ। ਇੱਕ ਹੋਈਆਂ ਜਿੰਦੀਆਂ ਦੀਆਂ ਹੁੰਦੀਆਂ ਨਹੀਂ ਉਹ ਪੌੜੀਆਂ। ਕਹਿੰਦੇ ਜੇ ਕੋਈ ਜ਼ਿੰਦਗੀ ਇੱਕ ਹੋ ਰਹੀ ਹੈ ਤਾਂ ਉਸਨੂੰ ਦੇਣ ਆਉਣਾ ਚਾਹੀਦਾ ਹੈ। ਕਦੇ ਵੀ ਕਿਸੇ ਨੂੰ ਅਲੱਗ-ਅਲੱਗ ਨਹੀਂ ਕਰਨਾ ਚਾਹੀਦਾ। ਵਿੱਚ ਵਾਲੇ ਜੱਗ ਵਿੱਚ ਵਿੱਥਾਂ ਪਈਆਂ ਚੱਪੇ ਵਿੱਥਾਂ ਮੀਨਸ ਜਿਸ ਦੇ ਵਿੱਚ ਕੋਈ ਵਖਰੇਵਾਂ ਹੋਵੇ, ਮੀਨਸ ਅਲੱਗ-ਅਲੱਗ ਹੋਣ। ਕਹਿੰਦੇ ਇਸ ਜੱਗ ਦੇ ਵਿੱਚ ਬਹੁਤ ਜ਼ਿਆਦਾ ਵਿੱਥਾਂ ਪਈਆਂ ਹੋਈਆਂ ਹਨ ਤੇ ਇਸ ਹੋਰ ਵਿੱਥਾਂ ਵਾਲੇ ਜੱਗ ਨੂੰ ਹੋਰ ਵਿੱਥਾਂ ਨਾ ਪਾ। ਅੱਡੋ ਅੱਡ ਸਭ ਹੋਈਆਂ ਜੋੜੀਆਂ ਨੇ ਥੋੜੀਆਂ। ਕਹਿੰਦੇ ਇਹ ਦੁਨੀਆ ਤੇ ਤਾਂ ਜੋੜੀਆਂ ਪਹਿਲਾਂ ਹੀ ਬਹੁਤ ਥੋੜੀਆਂ ਹਨ, ਹੁਣ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਹੈ, ਤਾਂ ਇਸ ਕਰਕੇ ਤੂੰ ਇੱਥੇ ਹੋਰ ਵਿਛੋੜੇ ਨਾ ਪਾ। ਵਿੱਥਾਂ ਮੇਟ ਇੱਕ ਹੋਏ ਉਹਨਾਂ ਵੇਖ ਰਿਝਣਾ ਵੇ। ਕਹਿੰਦੇ ਜਿਹੜੇ ਵਿੱਥਾਂ ਨੂੰ ਮਿਟਾ ਕੇ ਇੱਕ ਹੋ ਚੁੱਕੇ ਆ ਤਾਂ ਉਹਨਾਂ ਨੂੰ ਦੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਇਸ ਕਰਕੇ ਤੂੰ ਸਾਨੂੰ ਅਲੱਗ-ਅਲੱਗ ਨਾ ਕਰ। ਬਾਈਆਂ ਗਲੇ ਲਿਪਟੀਆਂ ਨਾ ਚਾਹੀਏ ਕਦੇ ਤੋੜੀਆਂ। ਕਹਿੰਦੇ ਜੇ ਕੋਈ ਕਿਸੇ ਨਾਲ ਪਿਆਰ ਨਾਲ ਇੱਕ ਹੋ ਜਾਵੇ ਤਾਂ ਉਹਨਾਂ ਨੂੰ ਅਲੱਗ-ਅਲੱਗ ਨਹੀਂ ਕਰਨਾ ਚਾਹੀਦਾ ਹੈ, ਨਾ ਚਾਹੇ ਕਦੇ ਤੋੜੀਆਂ। ਕਹਿੰਦੇ ਉਹਨਾਂ ਨੂੰ ਕਦੇ ਵੀ ਤੋੜ ਕੇ ਅਲੱਗ ਨਹੀਂ ਕਰਨਾ ਚਾਹੀਦਾ। ਇਸ ਕਰਕੇ ਵੇਲ ਕਹਿ ਰਹੀ ਹੈ ਕਿ ਮੈਂ ਇਸ ਦਰਖਤ ਦੇ ਦੁਆਲੇ ਖੜੀ ਹਾਂ, ਮੇਰਾ ਇਸ ਨਾਲ ਪ੍ਰੇਮ ਹੈ, ਮੇਰਾ ਇਸ ਨਾਲ ਪਿਆਰ ਹੈ, ਕਿਉਂਕਿ ਅਗਰ ਮੈਂ ਇਸ ਦੇ ਸਹਾਰੇ ਖੜੀ ਹੋ ਜਾਵਾਂਗੀ ਆਪਣੀ ਜ਼ਿੰਦਗੀ ਜਿਉਂਦੀ ਰਹਾਂਗੀ। ਇਸ ਤਰ੍ਹਾਂ ਹੀ ਆਤਮਾ ਕਹਿ ਰਹੀ ਹੈ ਕਿ ਮੈਨੂੰ ਪਰਮਾਤਮਾ ਦੇ ਵਿੱਚ ਲੀਨ ਰਹਿਣ ਦੇ। ਜੇ ਮੈਨੂੰ ਪਰਮਾਤਮਾ ਦੇ ਨਾਮ ਦਾ ਸਹਾਰਾ ਮਿਲੇਗਾ ਤਾਂ ਹੀ ਮੈਂ ਜਿਉਂਦੀ ਰਹਿ ਸਕਾਂਗੀ, ਨਹੀਂ ਤਾਂ ਮੈਂ ਮਰ ਜਾਵਾਂਗੀ। ਤਾਂ ਇਹ ਸੀ ਭਾਈ ਵੀਰ ਸਿੰਘ ਦੀ ਤੀਸਰੀ ਕਵਿਤਾ, ਕੇਲੋਂ ਦੇ ਗਲ ਲੱਗੀ ਵੇ।